ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਸੁਖ ਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸੋਹੀ ਮਹਲਾ ਪੰਜਵਾਂ। ਉਮਕਿਓ ਹਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਉਮਕਿਓ ਹਿਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਯ ਜਾਈ। ਸੁਣਤ ਸੰਦੇਸਰ ਪ੍ਰਿਯ ਗ੍ਰਹਿ ਸੇਜ ਵਿਛਾਈ। ਭ੍ਰਮ ਭ੍ਰਮੇ ਆਇਓ ਤੋ ਨਦਰ ਨ ਪਾਈ। ਕਿਨ ਬਿਦ ਹੀਰੋ ਧੀਰੈ ਨਿਮਾਨੋ, ਮਿਲ ਸਾਜਣ ਤੁਝ ਕੁਰਬਾਨੋ। ਰਹਾਉ ਏਕਾ ਸੇਜ ਵਿਸ਼ੇ ਧਨ ਕੰਤਾ, ਤਨ ਸੂਤੇ ਪਿਰ ਸਦ ਜਾਗੰਤਾ। ਪੀਓ ਮਧੁਰੋ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਭਏ ਨਿਰਾਸੇ ਬਹੁਤ ਦਿਨ ਲਾਗੇ, ਦੇਸ ਦਿਸੰਤਰ ਮੈਂ ਸਗਲੇ ਝਾਗੇ। ਖਿਨ ਰਹਿਣ ਨ ਪਾਵੋ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲਾ ਸੁਭਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੇ ਤਪਤ ਕਰੈ ਪਿਰ ਪਾਇਆ। ਸਗਲ ਸਿੰਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਜਹ ਦੇਖਾਂ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾ ਮਨ ਠਹਿਰਾਈ।
ਜਹ ਦੇਖਾਂ ਤਹ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੇ ਮਹਲਾ ਪੰਜਵਾਂ। ਉਮਕਿਓ ਹਿਓ ਮਿਲਣ ਪ੍ਰਭ ਤਾਈ, ਸੋਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 737 ਅਤੇ 738 ਦੇ ਉੱਤੇ ਸਬਾਇਮਾਨ ਨੇ। ਸਤਿਗੁਰੂ ਜੀ ਨੇ ਅੱਜ ਦੇ ਇਸ ਹੁਕਮ ਰਾਹੀਂ ਸਾਨੂੰ ਜੋ ਉਪਦੇਸ਼ ਦਿੱਤਾ ਹੈ, ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਖੁਦ ਇਸ ਸ਼ਬਦ ਦੇ ਰਾਹੀਂ ਇੱਕ ਜੀਵ ਰੂਪੀ ਇਸਤਰੀ ਹੋ ਕੇ ਉਸ ਪਤੀ ਪਰਮਾਤਮਾ ਨੂੰ ਮਿਲਣ ਦੇ ਜਿਹੜੀ ਤਾਂਘ ਹੈ ਉਹ ਜ਼ਾਹਰ ਕਰਦੇ ਨੇ। ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸਭ ਤੋਂ ਪਹਿਲੀਆਂ ਪੰਕਤੀਆਂ ਨੇ ਉਮਕਿਓ ਹੀਓ। ਮਨ ਦੇ ਵਿੱਚ, ਹਿਰਦੇ ਦੇ ਵਿੱਚ ਇੱਕ ਉਛਾਲ ਆਇਆ, ਚਾਹਤ ਆਈ। ਤੇ ਕਾਹਦੀ ਚਾਹਤ, ਕਾਹਦੇ ਲਈ ਉਮਕਿਓ? ਮਿਲਣ ਪ੍ਰਭ ਤਾਈ, ਕਿ ਉਸ ਪ੍ਰਭੂ ਪਤੀ ਪਰਮਾਤਮਾ ਨੂੰ ਮਿਲਣਾ ਹੈ। ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਉਹਨੂੰ ਮਿਲਣ ਦਾ ਅੰਦਰ ਉਛਾਲ ਆਇਆ, ਚਾਹਤ ਪੈਦਾ ਹੋਈ। ਕਹਿੰਦੇ ਖੋਜਤ ਚਰਿਓ, ਫਿਰ ਮੈਂ ਲੱਭਣ ਵਾਸਤੇ, ਖੋਜਣ ਵਾਸਤੇ ਚੜ੍ਹ ਪਿਆ। ਦੇਖੋ ਪ੍ਰਿਆ ਜਾਈ, ਕਿ ਆਪਣੇ ਪਿਆਰੇ ਪਤੀ ਨੂੰ, ਪਰਮੇਸ਼ਰ ਨੂੰ ਜਾ ਕੇ ਕਿਤੇ ਵੇਖਾਂ। ਖੋਜਣਾ ਕਿੱਥੋਂ ਹੈ, ਦੇਖਣਾ ਕਿੱਥੋਂ ਹੈ। ਔਰ ਭਾਵੇਂ ਸਤਿਗੁਰੂ ਜੀ ਨੇ ਬੇਨਤੀ ਬਚਨ ਬਾਣੀ ਦੇ ਵਿੱਚ ਕਹੇ ਨੇ ਕਿ ਸਭ ਕੁਛ ਘਰ ਮੈਂ ਬਾਹਰ ਨਹੀਂ, ਕਿਉਂਕਿ ਜਿਹੜੇ ਖੋਜਣ ਤੁਰ ਪਏ, ਖੋਜਣ ਕੇਵਲ ਇਸ ਕਰਕੇ ਚੱਲ ਪਏ ਕਿ ਬਾਹਰੋਂ ਕਿਤੇ ਮਿਲੇਗਾ। ਔਰ ਸਤਿਗੁਰੂ ਜੀ ਕਹਿੰਦੇ ਨੇ ਮਿਲਣ ਦੀ ਚਾਹਤ ਅੰਦਰ ਪੈਦਾ ਹੋ ਗਈ ਤੇ ਖੋਜਣਾ ਵੀ ਸ਼ੁਰੂ ਕੀਤਾ, ਪਰ ਬਾਹਰੋਂ। ਖੋਜਤ ਚਰਿਓ ਦੇਖੋ ਪ੍ਰਿਆ ਜਾਈ, ਕਿਤੇ ਮਿਲੇਗਾ, ਕਿੱਥੋਂ ਮਿਲੇਗਾ। ਔਰ ਗੁਰੂ ਸਾਹਿਬ ਜੀ ਇੱਥੇ ਇੱਕ ਜੀਵ ਰੂਪੀ ਇਸਤਰੀ ਹੋ ਕੇ ਬਚਨ ਕਰਦੇ ਨੇ, ਜਿੱਥੇ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਜੀ ਕਹੇ ਨੇ ਸੀ, ਸਾਰੀਆਂ ਹੀ ਜੀਵ ਰੂਪੀ ਸਾਰੀਆਂ ਇਸਤਰੀਆਂ ਹੀ ਹਾਂ, ਪਤੀ ਕੇਵਲ ਇੱਕੋ ਹੈ ਤੇ ਉਹ ਪਰਮਾਤਮਾ ਹੈ।
जिथे सतगुरु जी ने पावन बचन बाणी च कहे, इस जग में पुरख एक है, होर सगली नार सबाई। हुण एक इस्त्री नार हो के कहते खोजत चरियो, मैं भी लभण चढ़ पई कि देखो प्रिया जाई किथे मिलेगा। हुण लभण वास्ते खोजण वास्ते की करना पएगा। सतगुरु जी कहते जदों अंदर तांग पैदा होवे ना, उदों तो फिर मनुख के अंदरों ये आवाज़ निकलती है कि रब जी, जे कितों खंभ मुल मिलते होण ते मैं खंभ अपनी जान दे के भी मुल खरीद लवां। जे तू किसी आसमान के उत्ते उच्ची थां ते रहिंदा होवें, खंभ अपने तन नूं जड़ के मैं उड़ के तेरे तक पहुँच जावां। सतगुरु दे पावन बचन आपां पढ़ने, खंभ विकांदड़े जे लहां, जे विकदे भी होण ते किहड़े रेट विकदे होण। किन्ना सावी तोल, अपनी जिंद के बराबर भी जे देने पे तोल के, अपनी जान जिंद सब कुछ तोल के दे दिया। फिर कहते तन जड़ाई अपने लाहां सो सज्जन टोल, क्योंकि अंदर उमाह पैदा होया ना, उमक्यो हियो मिलन प्रभ ताई। ते खोजन वास्ते करना की है, सतगुरु जी ने सानू समझाया भी खोजना तो है, पर उन्होंने खोज करने वास्ते घर छड्डण की लोड़ नहीं, परिवार छड्डण की लोड़ नहीं। जे उन्होंने खोजना है, तेनों काम धंधा भी छड्डण की लोड़ नहीं। उनके खोज तो काम करदे होए दुकान ते बैठे, फैक्ट्री चलाउंदे, गड्डी चलाउंदे, संसार का कोई भी धंधा करदे होए खोज कर सकना है। क्योंकि भगत नामदेव जी ने पावन बचन कहे ने, रब ने परमेश्वर ने हाथ पैर ते दिते काम धंधा करन लई ने, कि हाथ पाओ कर काम सब, चीत निरंजन नाल। बस वो निरंजन नाल जिहड़ा चित्त जोड़दा, उहनूं लभीए कित्थों, उहनूं मिलना किवें है। ते सतगुरु जी हर रोज़ सानूं समझाउंदे ने, बाणी दे विच बेअंती थावां ते कहा कि बंदे खोज दिल हर रोज़। जे खोजण वास्ते चलिया तो खोज, पर खोजी कित्थों, कहते दिल दे अंदर, अपने अंदर खोज। बंदे खोज दिल हर रोज़, ना फिर परेशानी माही। और सतगुरु जी कहते हैं दिल में खोज दिलै दिल खोजो, यही ठौर मुकामा। रब दा ठौर मुकाम टिकाणा यही है तेरे अंदर। उन्होंने खोज और मनुखा दे ही मिली, इसे करके थी। धन गुरु अर्जन देव महाराज जी बख्शिश करते हैं। और सोधर की बाणी में आप रोज़ पढ़ने, भई प्राप्त मनुख देहुरिया। ये मनुख देहुरी कहदे लई मिली कि खोजत चरियो, तू खोजन जिथे लभ तुर पिया है ना, ये मिली इसे करके कि उन्होंने खोज। भई प्राप्त मनुख देहुरिया, गोबिंद मिलन की यह तेरी बरिया। एक वारी है मनुखा शरीर, मनुखा देही, तो इहदे विच रह के खोजना, तो खोजना कितों है। सतगुरु कहते हैं पहली गल तो यह चेते रखी कि यह वारी गोबिंद नूं मिलन दी है। बाकी दे कीते हुए धंधे, बाकी दे कमाया होया धन रुपया पैसा नाल नहीं जाना। भई प्राप्त मनुख देहुरिया, गोबिंद मिलन की यह तेरी बरिया। अवर काज तेरे किते ना काम, ते की करिए कहते साध संगत भज। केवल नाम उन्होंने खोजन का तरीका ही ये है, साध संग विच आके उन्होंने भज, उन्होंने जप। और खोजन वास्ते असी खोज वाले पासे ते नहीं चले, पर जेड़े केवल कर्मकांड बन के रह गए धर्म के नाम से भी, उधर जरूर चल पे। और सतगुरु कहते हैं जे रब परमेश्वर नूं मिलना है, जिथे सिखा तू रोज़ पढ़ना है ना, जो प्रभ को मिलबो चाहे दोहरा पढ़ना ज्ञानी ज्ञान सिंह दा, कि जो प्रभ को मिलबो चाहे खोज शब्द में ले, फिर तेनू खोज करनी पएगी। तो जे केवल पढ़ पढ़ के सुनाई गया या केवल सुनी गए, खोज वाले पासे चले ना, तो सतगुरु कहते हैं पाठ तो असीं बड़ियां नूं देखिया करदे होए।
ਪਾਠ ਅਸੀਂ ਬੜਿਆਂ ਨੂੰ ਦੇਖਿਆ ਸੁਣਾਉਂਦਿਆਂ ਹੋਇਆਂ ਨੂੰ, ਪਰ ਨਾ ਕੋਈ ਕਰਦਾ ਹੋਇਆ ਉਹਨੂੰ ਮਿਲਿਆ ਅਤੇ ਨਾ ਕੋਈ ਸੁਣਦਾ ਹੋਇਆ ਉਹਨੂੰ ਮਿਲਿਆ, ਨਾ ਕੋਈ ਸੁਣਾਉਂਦਾ ਹੋਇਆ ਮਿਲਿਆ। ਸਤਿਗੁਰੂ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਨ ਜੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਵੇਦ ਦਾ ਅਰਥ ਕੇਵਲ ਹਿੰਦੂ ਮਤ ਦੇ ਗ੍ਰੰਥ ਨਹੀਂ, ਵੇਦ ਦਾ ਅਰਥ ਜਿੰਨੇ ਵੀ ਧਰਮ ਦੇ ਗ੍ਰੰਥ ਨੇ। ਪਾਠ ਵੀ ਬੜਾ ਕੀਤਾ, ਉਹਨਾਂ ਦੇ ਵਿਚਾਰ ਵੀ ਬੜੀ ਕੀਤੀ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਤੇ ਬ੍ਰਾਹਮਣ ਨੇ ਤੇ ਨਿਵਲੀ ਕਰਮ ਵੀ ਸਾਰੇ ਸਾਧੇ, ਪਰ ਨਾਲ ਕਹਿ ਦਿੱਤੇ ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮਾਂ ਅਨੇਕਾਂ, ਮੈਂ ਇਵੇਂ ਦੇ ਬੜੇ ਕਰਮ ਕਾਂਡ ਕਰਕੇ ਵੇਖ ਲੈਨੇ, ਇਸ ਤਰੀਕੇ ਨਾਲ ਮਿਲਿਆ ਨਹੀਂ ਜਾਣਾ। ਹੁਣ ਕਿਉਂ ਨਹੀਂ ਮਿਲਿਆ ਜਾਣਾ? ਕਿਉਂਕਿ ਸਤਿਗੁਰੂ ਕਹਿੰਦੇ ਨੇ ਜਿਹਦੇ ਕਰਕੇ ਪਾਠ ਪੜ੍ਹਨਾ ਸੀ, ਵੇਦਾਂ ਦੀ ਗ੍ਰੰਥਾਂ ਦੀ ਵਿਚਾਰ ਕਰਨੀ ਸੀ, ਉਹ ਕੰਮ ਤੇ ਤੂੰ ਕੀਤਾ ਹੀ ਕੋਈ ਨਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਕਰਮ ਕਾਂਡ ਤੇ ਸਾਰੇ ਕਰ ਲਏ, ਪਰ ਕਹਿੰਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ। ਪੰਜਾਂ ਤੋਂ ਖਹਿੜਾ ਛਡਾਉਣ ਵਾਸਤੇ ਇਹਨਾਂ ਤੋਂ ਮੁਕਤੀ ਚਾਹੀਦੀ ਸੀ ਨਾ। ਉਹ ਮੁਕਤੀ ਦਾ ਨਾਂ ਤੇ ਕਹਿ ਦਿੱਤਾ ਕਿਤੇ ਮਰਨ ਤੋਂ ਬਾਅਦ ਮਿਲੇਗੀ। ਔਰ ਬੇਨਤੀ ਫਿਰ ਕਰਦੇ ਹਾਂ ਭਗਤ ਜਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਮਰਨ ਤੋਂ ਬਾਅਦ ਵਾਲੀ ਸਾਨੂੰ ਚਾਹੀਦੀ ਨਹੀਂ। ਭਗਤ ਜੀ ਕਹਿੰਦੇ ਨੇ ਮੂਹੇ ਹੋਏ ਜੋ ਮੁਕਤ ਦੇ ਹੋਣਗੇ, ਮੁਕਤ ਨਾ ਜਾਣੇ ਕੋਈ ਲਾ। ਮੁਕਤ ਤੇ ਜਿਉਂਦਿਆਂ ਜੇ ਇਹਨਾਂ ਪੰਜਾਂ ਤੋਂ ਹੋਣਾ ਸੀ, ਕਹਿੰਦੇ ਪਰ ਖਹਿੜਾ ਛੁੱਟੇ ਹੀ ਨਹੀਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। ਪੰਜ ਜਨਾ ਸੋ ਸੰਗ ਨਾ ਛੁਟਕਿਓ। ਸਗੋਂ ਹੋਇਆ ਕੀ? ਕਹਿੰਦੇ ਅਧਿਕ ਅਹੰਕ ਬੁੱਧ ਬਾਧੇ। ਸਗੋਂ ਹੰਕਾਰ ਦੇ ਨਾਲ ਆਪਣੇ ਆਪ ਨੂੰ ਹੋਰ ਬੰਨ ਲਿਆ ਕਿ ਮੇਰੇ ਵਰਗਾ ਗਿਆਤਾ ਕੋਈ ਨਹੀਂ, ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਸਤਿਗੁਰੂ ਕਹਿੰਦੇ ਨੇ ਭਾਈ ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਤੇ ਫਿਰ ਕਿਵੇਂ ਮਿਲਿਆ ਜਾਏਗਾ? ਕਹਿੰਦੇ ਕਰਮ ਤੇ ਅਨੇਕਾਂ ਹੀ ਕਰਕੇ ਵੇਖ ਲੈ, ਨਹੀਂ ਮਿਲਿਆ। ਪਰ ਅਖੀਰ ਤੇ ਹਾਰ ਪਰਿਓ ਠਾਕੁਰ ਕੈ ਸੋ। ਹਾਰ ਪਰਿਓ ਸੁਆਮੀ ਕੈ ਦੁਆਰੈ। ਅਰਦਾਸ ਬੇਨਤੀ ਕੀਤੀ ਕਿ ਹਾਰ ਕੇ ਇਹ ਮਾਲਕ ਜੀ ਤੇਰੇ ਦਰ ਤੇ ਆ ਗਿਆ, ਤੇ ਕਹਿਦੇ ਲਈ ਆਇਆ? ਕਹਿੰਦੇ ਦੀਜੈ ਬੁੱਧ ਬਵੇਕਾ। ਮੈਨੂੰ ਉਹ ਵਿਵੇਕ ਬੁੱਧ ਬਖਸ਼ੋ ਜਿੰਦੇ ਰਾਹੀਂ ਮੈਂ ਖੋਜ ਸਹੀ ਤਰੀਕੇ ਨਾਲ ਕਰ ਸਕਾਂ ਤੇ ਤੈਨੂੰ ਮਿਲ ਸਕਾਂ। ਖੋਜਤ ਚਰਿਓ ਦੇਖੋ ਪ੍ਰਿਆ ਚਾਈ। ਖੋਜਣ ਵਾਸਤੇ ਤੇ ਮੈਂ ਚੱਲਿਆ, ਪਰ ਮੇਰੇ ਕੋਲ ਉਹ ਢੰਗ ਉਹ ਤਰੀਕਾ ਕੋਈ ਨਹੀਂ। ਨਾਲ ਅੱਗੇ ਫਿਰ ਕਹਿ ਦਿੱਤਾ ਸੁਣ ਤੋ ਸੰਦੇਸਰੋ ਪ੍ਰਿਆ ਗ੍ਰਹਿ ਸਹਿਜ ਵਿਛਾਈ। ਜੀਵ ਰੂਪੀ ਇਸਤਰੀ ਹੋ ਕੇ ਸਤਿਗੁਰੂ ਕਹਿੰਦੇ ਨੇ ਜਦੋਂ ਮੈਂ ਆਪਣੇ ਪਤੀ ਦਾ ਸੁਨੇਹਾ ਸੁਣਿਆ ਨਾ ਕਿ ਮੈਂ ਹਿਰਦੇ ਘਰ ਵਿੱਚ ਆਉਣ ਵਾਲਾ ਹਾਂ, ਉਹ ਹਿਰਦੇ ਘਰ ਵਿੱਚ ਆਉਂਦਾ ਹੈ। ਕਹਿੰਦੇ ਪ੍ਰਿਆ ਗ੍ਰਹਿ ਸਹਿਜ ਵਿਛਾਈ। ਪਤੀ ਪਿਆਰੇ ਪਰਮੇਸ਼ਰ ਦੇ ਵਾਸਤੇ ਆਪਣੇ ਹਿਰਦੇ ਘਰ ਦੇ ਵਿੱਚ ਸੇਜ ਵਿਛਾਈ। ਔਰ ਸੇਜ ਦਾ ਅਰਥ ਆਪ ਜਿਸਮ ਤੇ ਬਿਸਤਰਾ ਵਿਛਾਇਆ ਕਿ ਟਿਕਾਣਾ ਦਿੱਤਾ, ਤੁਸੀਂ ਇੱਥੇ ਆ ਕੇ ਰਹਿਣਾ ਹੈ। ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ। ਦੇਖੋ ਜੀਵ ਰੂਪੀ ਇਸਤਰੀ ਹੁੰਦੇ ਨੇ ਨਾ, ਫਿਰ ਸੁਹਾਗਣ ਕਿਹਨੂੰ ਕਿਹਾ ਜਾਂਦਾ ਹੈ? ਜੇ ਇੱਕ ਸਿੱਖ ਜੀਵ ਰੂਪੀ ਇਸਤਰੀ ਹੋਏ ਤੈਨੂੰ ਸੁਹਾਗਣ ਕਹਾਂਗੇ, ਜਿਹੜਾ ਹੋਵੇ ਗੁਰਸਿੱਖ। ਤੇ ਸੁਹਾਗਣ ਦੀ ਨਿਸ਼ਾਨੀ ਕੀ, ਜਾਂ ਕਹਿ ਲਈ ਗੁਰਸਿੱਖ ਦੀ ਨਿਸ਼ਾਨੀ ਕੀ ਹੈ? ਤੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ, ਕਹਿੰਦੇ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ। ਸੁਹਾਗਣ ਦੀ ਨਿਸ਼ਾਨੀ ਕੀ ਹੈ? ਕਿਉਂਕਿ ਸੰਸਾਰਿਕ ਤੌਰ 'ਤੇ ਬਾਹਰ ਤੌਰ 'ਤੇ ਤਾਂ ਦੇਖਾਂਗੇ ਨਿਸ਼ਾਨੀਆਂ ਬੜੀਆਂ ਨਜ਼ਰ ਆ ਜਾਣਗੀਆਂ, ਪਰ ਗੁਰੂ ਦੇ ਘਰ ਵਿੱਚ ਰੱਬ ਪਰਮੇਸ਼ਰ ਦੀ ਜੇ ਜੀਵ ਰੂਪੀ ਇਸਤਰੀ ਹੋਵੇ ਤਾਂ ਉਹਦੀ ਸੁਹਾਗਣ ਦੀ ਨਿਸ਼ਾਨੀ ਕੀ ਹੈ? ਨਾਨਕ ਸੁਹਾਗਣ ਕਿਆ ਕਾ ਚਿਹਨ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਉਹਦੀ ਨਿਸ਼ਾਨੀ ਇਹ ਹੈ ਕਿ ਅੰਦਰ ਸੱਚ ਮੁਖ ਉਜਲਾ। ਉਹਨਾਂ ਦੇ ਅੰਦਰ ਸੱਚ ਟਿਕ ਜਾਂਦਾ, ਅੰਦਰੋਂ ਮੁਖ ਉਹਨਾਂ ਦਾ ਉਜਲਾ ਹੁੰਦਾ ਹੈ। ਤੇ ਫਿਰ ਕੀ ਨਿਸ਼ਾਨੀ? ਕਹਿੰਦੇ ਖਸਮੇ ਮਾਹੇ ਸਮਾਏ। ਉਹ ਰੱਬ ਪਰਮੇਸ਼ਰ ਪਤੀ ਖਸਮ ਦੇ ਵਿੱਚ ਹੀ ਸਮਾ ਜਾਂਦੇ ਨੇ, ਕਿਉਂਕਿ ਇਹ ਸੁਹਾਗਣ ਦੀ ਨਿਸ਼ਾਨੀ ਹੈ। ਔਰ ਗੁਰੂ ਸਾਹਿਬ ਜੀ ਨੇ ਕਿਰਪਾ ਹੋਰ ਕੀਤੀ, ਇੱਕ ਬਾਹਰ ਦੀ ਉਦਾਹਰਨ ਵੀ ਦੇ ਦਿੱਤੀ ਕਿ ਸੁਹਾਗਣ ਪਤੀ ਦੇ ਨਾਲ ਬੈਠੀ ਹੋਵੇ,
ਇੱਕ ਥਾਲੀ ਦੇ ਵਿੱਚ ਪ੍ਰਸ਼ਾਦਾ ਛਕ ਲੈਣ, ਇੱਕ ਥਾਂ ਤੇ ਇਕੱਠੇ ਹੋ ਕੇ ਬੈਠ ਜਾਣਾ। ਤੇ ਭਾਈ ਸਿਰਫ ਇਹਨੂੰ ਪਤੀ ਪਤਨੀ ਨਹੀਂ ਕਹਿੰਦੇ, ਇਹਨੂੰ ਸੁਹਾਗਣ ਨਹੀਂ ਕਿਹਾ ਜਾਂਦਾ। ਫਿਰ ਸੁਹਾਗਣ ਕੌਣ ਹੈ, ਪਤੀ ਪਤਨੀ ਕੌਣ ਨੇ? ਕਹਿੰਦੇ ਪਤੀ ਸਾਡਾ ਪਰਮੇਸ਼ਰ ਹੈ। ਤੇ ਸੱਚਮੁੱਚ ਸੰਸਾਰਿਕ ਪਤੀ ਪਤਨੀ ਦਾ ਰਿਸ਼ਤਾ ਵੀ ਇਸੇ ਤਰ੍ਹਾਂ ਦਾ ਹੀ ਹੈ, ਜਿੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਧਨ ਫਿਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ। ਵੀ ਪਤੀ ਪਤਨੀ ਇਹਨੂੰ ਨਹੀਂ ਕਹਿੰਦੇ ਇਕੱਠੇ ਹੋ ਕੇ ਬੈਠ ਗਏ ਤੇ ਪਤੀ ਪਤਨੀ ਹੋ ਗਏ। ਫਿਰ ਸਤਿਗੁਰੂ ਜੀ ਕਿਹਨੂੰ ਕਹਿੰਦੇ ਨੇ? ਕਹਿੰਦੇ ਏਕ ਜੋਤ ਦੋਏ ਮੂਰਤੀ। ਸਰੀਰ ਮੂਰਤਾ ਭਾਵੇਂ ਦੋ ਅੱਡੋ ਅੱਡ ਨੇ, ਪਰ ਜੋਤ ਵਿੱਚੋਂ ਇੱਕੋ ਹੋਵੇ, ਉਹ ਜੋਤ ਦੋਵਾਂ ਨੂੰ ਇੱਕ ਦੂਜੇ ਦੇ ਵਿੱਚੋਂ ਨਜ਼ਰ ਆ ਜੇ। ਅਸਲ ਵਿੱਚ ਪਤੀ ਪਤਨੀ ਉਹ ਨੇ, ਅਸਲ ਵਿੱਚ ਸਿੱਖ ਤੇ ਗੁਰੂ ਵੀ ਉਹੀ ਨੇ। ਕਹਿੰਦੇ ਏਕ ਜੋਤ ਦੋਏ ਮੂਰਤੀ। ਧਨ ਫਿਰ ਕਹੀਐ ਸੋਏ ਧਨ। ਇਸਤਰੀ ਤੇ ਫਿਰ ਕਹਿੰਦੇ ਨੇ ਪਤੀ। ਧਨ ਫਿਰ ਕਹੀਐ ਸੋਏ ਪਤੀ ਪਤਨੀ, ਅਸਲ ਵਿੱਚ ਹੈ ਹੀ ਉਹ। ਔਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜੀਵ ਰੂਪੀ ਇਸਤਰੀ ਹੋ ਕੇ ਕਹਿੰਦੇ ਨੇ ਮੈਂ ਖੋਜਣ ਚੱਲੀ ਹਾਂ। ਖੋਜਣ ਚਰਿਓ ਤੇ ਕਿੱਥੇ ਖੋਜਣ ਚਰਿਓ? ਕਹਿੰਦੇ ਦੇਖੋ ਪ੍ਰਿਆ ਜਾਈ, ਕਿਤੋਂ ਜਾ ਕੇ ਪਿਆਰੇ ਪਤੀ ਨੂੰ ਦੇਖਾਂ, ਕਿਤੇ ਉਹਦੇ ਦਰਸ਼ਨ ਹੋ ਜਾਣ। ਕਿਉਂਕਿ ਉਮਕਿਓ ਹਿਓ ਮਿਲਣ ਪ੍ਰਭ ਤਾਈ। ਪ੍ਰਭੂ ਪਤੀ ਨੂੰ ਮਿਲਣ ਅੰਦਰ ਉਮਾਹ ਪੈਦਾ ਹੋਇਆ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੁਹਾਗਣ ਦੀ ਨਿਸ਼ਾਨੀ ਦੱਸਦਿਆਂ ਹੋਇਆ। ਕਹਿੰਦੇ ਮੈਂ ਕਾਮਣ, ਮੈਂ ਇਸਤਰੀ ਹਾਂ, ਪਤਨੀ ਹਾਂ। ਤੇ ਕਹਿੰਦੀ ਜੀ ਕਹਿੰਦੇ ਮੈਂ ਕਾਮਣ ਮੇਰਾ ਕੰਤ। ਕੰਤ ਪਤੀ ਨੂੰ ਕਹਿੰਦੇ ਨੇ ਜੀ। ਪਤੀ ਕੌਣ ਜੀ? ਮੈਂ ਕਾਮਣ ਮੇਰਾ ਕੰਤ ਕਰਤਾਰ। ਮੇਰਾ ਕੰਤ ਪਤੀ ਪਰਮੇਸ਼ਰ ਕਰਤਾਰ ਅਕਾਲ ਪੁਰਖ ਵਾਹਿਗੁਰੂ ਹੈ। ਤੇ ਨਾਲ ਕਹਿ ਦਿੱਤਾ ਜਿਹਾ ਕਰਾਏ ਤਿਹਾ ਹੋ ਕਰੇ ਸ਼ਿੰਗਾਰ। ਸੁਹਾਗਣ ਸ਼ਿੰਗਾਰ ਕਰਦੀ ਹੈ, ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮੈਨੂੰ ਤੇ ਜਿਵੇਂ ਕਰਤਾਰ ਪਰਮੇਸ਼ਰ ਸ਼ਿੰਗਾਰ ਕਰਾਵੇ, ਮੈਂ ਉਸੇ ਤਰ੍ਹਾਂ ਦਾ ਕਰਨ ਲਈ ਤਿਆਰ ਹਾਂ। ਔਰ ਇਹ ਪਾਵਨ ਬਚਨ ਬਾਬਾ ਫਰੀਦ ਜੀ ਨੇ ਵੀ ਕਹੇ ਸਨ ਕਿ ਕਿਸੇ ਨੇ ਕਹਿ ਦਿੱਤਾ ਰੱਬ ਪਰਮੇਸ਼ਰ ਜਿਹੜਾ ਇੰਨੇ ਰੇਸ਼ਮੀ ਕੱਪੜੇ 'ਚ ਥੋੜ੍ਹੀ ਮਿਲਦਾ ਹੈ, ਵੀ ਇੰਨੇ ਸੋਹਣੇ ਸੋਹਣੇ ਕੱਪੜੇ ਪਾਏ ਨੇ, ਇਹਨਾਂ ਕੱਪੜਿਆਂ ਕਰਕੇ ਰੱਬ ਮਿਲ ਜਾਏਗਾ। ਤੇ ਬਾਬਾ ਫਰੀਦ ਜੀ ਕਹਿੰਦੇ ਮੈਂ ਤੇ ਸ਼ਿੰਗਾਰ ਕਰਨ ਲਈ ਤਿਆਰ ਹਾਂ, ਮੈਂ ਤੁੰਦੀ ਇਸਤਰੀ ਹਾਂ, ਸੁਹਾਗਣ ਹਾਂ। ਦੱਸੋ ਫਿਰ ਪਾਟੀ ਕੰਬਲੀ ਪਾ ਲਵਾਂ, ਫਿਰ ਰੱਬ ਮਿਲ ਜਾਏਗਾ ਕਿ ਰੇਸ਼ਮੀ ਕੱਪੜਿਆਂ ਨੂੰ ਪਾੜ ਕੇ ਮੈਂ ਭੱਠੀ 'ਚ ਸੁੱਟ ਦਿਆਂ? ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰੂ। ਜਿੰਨੇ ਵੇਸੀ ਸੌ ਮਿਲੈ ਸਹੀ ਵੇਸ ਕਰੂੰ। ਜੇ ਬਾਹਰ ਦੇ ਪਹਿਰਾਵੇ ਨਾਲ ਵੀ ਉਹ ਮਿਲਦਾ ਕੋਈ ਖਾਸ ਪਹਿਰਾਵਾ ਤੇ ਦੱਸੋ ਮੈਂ ਉਹ ਪਾ ਲਵਾਂ? ਤੇ ਸਤਿਗੁਰੂ ਜੀ ਨੇ ਨਾਲ ਹੀ ਕਿਰਪਾ ਕੀਤੀ, ਕਹਿੰਦੇ ਫਰੀਦਾ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰੇ। ਮੇਰੀ ਪੀਰੀ ਦਾ ਸਿਧਾਂਤ ਦਿੱਤਾ ਨਾ ਸਤਿਗੁਰੂ ਜੀ ਨੇ, ਔਰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਫਿਰ ਤੈਨੂੰ ਕੱਪੜੇ ਪਾੜਨ ਦੀ ਲੋੜ ਕੀ ਹੈ? ਕਿਉਂ ਪਾਟੀ ਹੋਈ ਕੰਬਲੀ ਪਾਉਣਾ? ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰੇ। ਕਹਿੰਦੇ ਘਰ ਹੀ ਬੈਠਿਆ ਸੋ ਮਿਲੇ। ਉਹ ਤੇ ਘਰ 'ਚ ਬੈਠੇ ਮਿਲ ਜਾਏਗਾ, ਪਰ ਸ਼ਿੰਗਾਰ ਕਰਨਾ ਪਏਗਾ ਕਿਹੜਾ? ਕਹਿੰਦੇ ਜੇ ਨੀਅਤ ਰਾਸ ਕਰੇ, ਬਸ ਅੰਦਰ ਦੀ ਨੀਅਤ ਰਾਸ ਇਹ ਸ਼ਿੰਗਾਰ ਉਹਨੂੰ ਪਾਉਂਦਾ ਹੈ। ਤੇ ਧੰਨ ਗੁਰੂ ਅਮਰਦਾਸ ਕਹਿੰਦੇ ਮੈਂ ਤੇ ਹਰ ਸ਼ਿੰਗਾਰ ਕਰਨ ਲਈ ਤਿਆਰ ਹਾਂ ਜਿਹੜਾ ਉਹਨੂੰ ਪਾਉਂਦਾ ਹੋਏ, ਜਿਹੜਾ ਉਹ ਕਰਾਵੇ। ਕਹਿੰਦੇ ਮੈਂ ਕਾਮਣ ਮੇਰਾ ਕੰਤ ਕਰਤਾਰ। ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਜਾਂ ਤਿਸ ਭਾਵੈ ਕਰੈ ਭੋਗ। ਤਨ ਮਨ ਪਿਆਰੇ ਸਾਚੇ ਸਾਹਿਬ ਜੋਗ। ਤਨ ਮਨ ਸਾਚੇ ਸਾਹਿਬ ਜੋਗ। ਕਿਉਂਕਿ ਮੇਰਾ ਤੇ ਤਨ ਵੀ ਤੇ ਮਨ ਵੀ ਹੁਣ ਹੈ ਹੀ ਸੱਚੇ ਜੋਗਾ। ਔਰ ਇਹ ਸ਼ਿੰਗਾਰ ਦੇਖੋ ਬਾਬਾ ਫਰੀਦ ਜੀ ਨੇ ਕਿਰਪਾ ਕੀਤੀ, ਸਾਨੂੰ ਕਈਆਂ ਥਾਵਾਂ 'ਤੇ ਸਮਝਾਇਆ ਸ਼ਿੰਗਾਰ ਤਾਂ ਕਰਨਾ ਹੀ ਪਏਗਾ, ਪਰ ਭਾਈ ਸ਼ਿੰਗਾਰ ਕੱਪੜਿਆਂ ਦਾ ਨਹੀਂ, ਕੱਪੜਿਆਂ ਦਾ ਕਿਤੇ ਵੀ ਨਹੀਂ ਕਿਹਾ। ਜੇ ਸਾਨੂੰ ਬਾਣਾ ਵੀ ਕਿਹਾ ਤੇ 5 ਕਕਾਰੀ ਬਾਣਾ ਕਿਹਾ ਹੈ, ਕਿਸੇ ਕੱਪੜੇ ਨਾਲ ਜੋੜੀ ਨਹੀਂ। ਔਰ ਜੋ 5 ਕਕਾਰ ਵੀ ਪਾ ਕੇ ਅਸੀਂ ਬਾਣਾ ਵੀ ਪਾ ਲਈਏ ਤੇ ਰਹਿਤ ਵੀ ਨਾ ਰੱਖੀਏ, ਫਿਰ ਵੀ ਉਹ ਬਾਹਰ ਦਾ ਕੇਵਲ ਫੋਕਾ ਹੀ ਸ਼ਿੰਗਾਰ ਰਹਿ ਜਾਂਦਾ। ਕਿਹੜਾ ਸ਼ਿੰਗਾਰ ਕਰੀਏ ਜੀ? ਧੰਨ ਬਾਬਾ ਫਰੀਦ ਜੀ ਕਹਿੰਦੇ ਨੇ
कि श्रृंगार करना तो ये कर, जिथे गुरु साहिब जी ने बाणी दे विच पावन बचने भी कि भैकियां दे सलाइयां नैनी भाव का कर श्रृंगारू, उनके प्रेम का अदब का अखां दे विच सुरमा पा। जे श्रृंगार करना तो बाबा फरीद जी कहते हैं फिर इस तरह का कर, निवण सो अखर खवण गुण जिहबा मणिया मंत, ये त्रै भैणे वेस कर। ये तीन श्रृंगार ने जिहड़े उन्होंने पाउंदे ने तां वस आवी कंत, वो वस विच भी आवेगा खुश भी होएगा। और भगत नामदेव जी कहते ने मैं भी उस रब दी परमेश्वर दी पत्नी हाँ, उनकी कामण हाँ। कहते मैं बौरे मेरा राम अवतार, रच रच ताको करे श्रृंगार। उन्होंने खुश कर ले मैं तो हर तरह का श्रृंगार करनी है। तो भगत नामदेव जी कहते हैं मैं जो श्रृंगार करनी है तो श्रृंगार किहड़ा, सादा पहरावा आम पहरावा। श्रृंगार किहड़ा भी उनके भाने के अंदर रहना है, पर भाने के अंदर रहिंदे होए वेख के लोग निंदिया करते हैं। तो भगत नामदेव जी कहते हैं मेरे लिए ये भी श्रृंगार ही है। कह दिता भले निंदो भले निंदो भले निंदो लोग, तन मन राम प्यारे जोग। क्योंकि मेरा तो तन भी तो मन भी है ही हुण प्यारे जोगा, लोग निंदते निंदी जाना। पर बाबा नामदेव जी ने ऐसा अंदरों श्रृंगार किया तो कह दिता लोग निंदते ने बिल्कुल निंदी जान। पर मन को समझा के कहते ने बात विवाद काहू स्यों ना कीजै। सानू किसी नाल झगड़न की लोड़ नहीं, वाद विवाद करन की लोड़ ही नहीं, क्योंकि असीं तो फासे विवादां च गए ना। तो की करिए जी, कहते रसना राम रसायन पीजै। बस इस रसना के नाल उस रसां के घर नाम रस नूं पींदे रहो भाई, जपदे रहो। और सतगुरु जी ने कृपा की, बस यही श्रृंगार है। उम क्यों हियो मिलन प्रभ ताई, प्रभु नूं मिलन वास्ते अंदर उमाह पैदा होया, प्रेम ने विछाड़ा खाधा। कहते खोजत चरियो देखो प्रिय जाई, खोजन ने तुरिया प्रिया किते नज़र आवे। मैं तो तैयारी भी कर ली। कहते सुनत संदेसरो जो प्यारे का सुनेहा सुनिया, प्रिय ग्रह सेज विछाई। उस प्यारे दे लिए अपने हिरदे घर दे विच सेज विछा दी। पर होया की, कहते भ्रम भ्रम आयो तो नज़र न पाई, भटक भटक के चार सफेरों आ गया। पर उनकी बख्शिश मिली नहीं, रहमत मिली नहीं, वो सेज ते आया ही नहीं। और गुरु साहिब जी ने पावन बचन कहे ने कि पहला कंत मनाए ता करे श्रृंगार। जे श्रृंगार करना पहलू उन्होंने मना के उन्होंने श्रृंगार चंगा भी लगता है कि नहीं। मत कंत सेजे मत कंत सेजे ना आवई, श्रृंगार इवें बिरथा सब जाए, किया होया श्रृंगार किते बिरथा ही नहीं चला जाए। मैं तो सेज भी विशाली भरम भरम के भी आ गया, पर कितने उनकी बख्शिश मिली हुई नहीं, क्योंकि बारों बारों खोजन तुर पिया ना। हुण अगे अरदास बेनती है, रहाओ दी पंक्ति कहते ने किन बिद हीरो धीरै निमानो। ये मेरा निमाणा हिरदा किवें धीरज करे, इनू किवें हौसला मिले, क्योंकि सारिया थावां तो भटक के आ गया, मिलिया तो किते है ही नहीं। कहते मिल साजण हो तुझ कुर्बानो, नहीं धीरज आउंदा। हे मेरे सज्जन पति परमेश्वर मैनू आके मिलो, मैं तुहाडे तो कुर्बान जावां। रहाओ एका सेज विशी धन कंता। अरदास बेनती है कि रब जी परमेश्वर जी ये स्त्री ते कंता पति की इक्को सेज विछी हुई है, पर जीव रूपी स्त्री है कली हुई, तू आए ही नहीं। जे आया भी तो कहते ये धन सूते फिर सद जागंता इक्को सेज है। जे आ भी गया जीव रूपी स्त्री सुती हुई रहेगी, किंदे सुती माया के मोह दे विच। ये पता ही नहीं लग्या कि पति परमेश्वर तो मेरे नाल ही है, इक्को ही सेज है, इक्को ही बिस्तरा है, पर कहते धन सुती माया के मोह विच सुती हुई रही। नाल बख्शिश कर दी
कि पति परमात्मा जिहड़ा वो सदा ही जागदा है, क्योंकि वो माया दे विच रह के भी माया तो सुचेत है, पर जीव रूपी इस्त्री माया दे मोह विच सौ गई ते किवें सुत्ती। नाल अगे किरपा करके समझाया, कहंदे धन सुते फिर सद जागंता। किवें सुत्ती कहण लगे, पियो मधुरो धन मतवंता धन इस्त्री। पियो मधुरो, मधुरो की जी शराब। कहंदे जीव रूपी इस्त्री इस तरह सुती है जिवें शराब पी के मस्त हुई होवे। हुण देखो धन गुरु अर्जन देव महाराज जी दे पावन वचन ने, और कई बारी कुछ सज्जन हासे नाल भी कह दिंदे ने, कई पुछ भी लेंदे ने कि देखो जी फलाना भी शराब पींदा सी, जोगी सन, जोगियां दे हवाले दिंदे ने ते सानू क्यों रोकदे ने। एक तो मास की चर्चा करते हैं, भावें गुरु साहब जी ने समझाया, वो तो पंथ विच दोवें तरह दे ने ना जी। गुरु साहब ने तो कहानी खत्म कर दी कि मास मास कर मूर्ख झगड़ा है, पर जे कोई शराब तो भी कहे कि सानू क्यों रोकते हैं। सतगुरु जी ने बड़े पावन वचन कहे ने, शराब नूं सीधा संबोधन करके शराब पीण वाले नूं। धन गुरु अमरदास महाराज जी के पावन वचन ने, भाई किते ये ना होवे कि शराब का नाम सुन के तुसीं कहो अज तो कथा विच ही शराब आ गई। धन गुरु अमरदास महाराज जी कहते ने, मानस भरिया आणिया मानस भरिया आए, जित पीतै मत विसरै। ਜਾਂ सतगुरु जी ने शब्द वरते, जित पीता मत दूर होए। ये नशा पीण दे नाल नशा आदक, तंबाकू आदक नशा रहत मर्यादा च लिखिया है ना, कि किसी भी तरह का नशा जिहड़ा है ही नशा, उनका सेवन नहीं करना। तो सतगुरु जी कहते हैं, जित पीता मत दूर होए, मत ही ना रहे। बरल पवै विच आए, तो इवें दा बरल पैंदा अपना पराया ना पछाणी। समझ नहीं लगते कि जो कुछ मैं बोलना, मेरे सामने मेरी धी है, भैन जवान कोल बैठी है, क्योंकि मत ही मारेगी ना। अपना पराया ना पछाणी, जे इत्थे पछाण नहीं कहते खसमों धक्के खाए। इवें दे नशा पीण वालियां नूं रब दे घर तो भी धक्के पैंदे ने। नाले सतगुरु जी ने सानू सुचेत किया, कहते जित पीता खसम विसरै। जिन्हों पीण दे नाल रब ही भुल जे, ते नाल कहते दित पीता खसम विसरै, दरगाह मिलै सजाए। अगे जाके सज़ा भी मिलनी है, इत्थे तो सज़ा मिलती हुई जी। सतगुरु कहते हैं अगे भी मिलेगी। तो फिर सानू सुचेत करके कह दिता, झूठा मद, मद कहते ने शराब नूं। ये शराब का झूठा नशा कहते बिल्कुल नहीं पीना। झूठा मद मूल ना पीछे ही, उका ही नहीं पीना। तो क्यों कहते जेका पार वसाए, जे इस भवसागर तो पार होना है तो इवें दे नशे का सेवन नहीं करना। और गुरु साहब ने नाल पावन वचन कह दिते, झूठा मद मूल न पीछे, जेका पार वसाए। नानक नदरी सच मद पाइए। जे असल मद का अर्थ फिर नशा है, शराब है। जे सचमुच तू ये शराब पीनी है, ये नशा पीना है, तो कहते उनकी बख्शिश दा पी। देखो धन गुरु नानक देव महाराज जी ने जदों जोगियां ने लिया के सामने शराब रखी सी ना, तो कह दिता कि ये तो देखो इहदे च किहड़ा कुछ गलत है, गुड़ ही पाया है। कुछ अंगूर तोड़ के पाए ने, कुछ शक पाए ने, कुछ विच फुल पाए ने। वो कहते सन ये एक अर्ग है, इहदे च गलत कुछ नहीं। और इनू जे पी लीए रात भर टिक के ऐसी समाधि लगती है कि शरीर की थकावट भी नहीं पता लगता। धन गुरु नानक देव महाराज जी ने उत्थे जोगियां नूं समझाया सी, कहंदे भी ये कहदा नशा होया कि जिहड़ा रात नूं पी लीए सवेरे उतर जे, सवेरे पी लीए तो रात नूं उतर जे। सतगुरु कहंदे भाई जे शराब भी पीनी ना, शराब कड्ढण दा ढंग मैं दसना। और मैं इक्को वारी वो कढ़ के पीती, दोबारे उनका कदे नशा उतरी ही नहीं। हुण एक तुहानूं सुचेत भी हो जाओ कि गुरु साहब जी ने किहड़ी शराब कढ़ी। सतगुरु जी ने पावन बचन बाणी च कहे, कहंदे गुड़ कर ज्ञान
ਤੂੰ ਕਹਿੰਦਾ ਨਾ ਗੁੜ ਪਾਇਆ ਹੈ, ਬਸ ਗਿਆਨ ਨੂੰ ਗੁੜ ਸਮਝ ਲੈ, ਗਿਆਨ ਨੂੰ ਗੁੜ ਬਣਾ ਲੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਤੇ ਜਿਹੜੇ ਤੂੰ ਕਹਿੰਦਾ ਮੈਂ ਮਹੂਏ ਦੇ ਵਿੱਚ ਫੁੱਲ ਪਾਏ ਨੇ, ਧਿਆਨ ਨੂੰ ਉਹ ਫੁੱਲ ਬਣਾ ਲੈ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ, ਕਸ ਕਹਿੰਦੇ ਨੇ ਕਿੱਕਰ ਦੇ ਸ਼ੱਕ ਪਾਏ ਤੂੰ। ਆਪਣੇ ਉੱਚੇ ਸੁੱਚੇ ਆਚਰਨ ਨੂੰ ਇਹ ਸ਼ੱਕ ਬਣਾ। ਕਰ ਕਰਨੀ ਕਸ ਪਾਈਐ, ਉੱਥੇ ਸਤਿਗੁਰੂ ਜੀ ਨੇ ਫਿਰ ਕਿਰਪਾ ਕੀਤੀ, ਨਾਲ ਸਮਝਾਇਆ, ਕਹਿੰਦੇ ਪਾਠੀ ਪਵਨ, ਕਿਉਂਕਿ ਤੂੰ ਇੱਕ ਪੱਠੀ ਰੱਖੀ ਨਾ, ਪੱਠੀ ਦੇ ਵਿੱਚ ਅੱਗ ਬਾਲੀ, ਇਹ ਸਰੀਰ ਵੀ ਪੱਠੀ ਹੈ। ਪਾਠੀ ਪਵਨ, ਤੇ ਉਸ ਪੱਠੀ ਦੇ ਉੱਤੇ ਇੱਕ ਭਾਂਡਾ ਰੱਖਿਆ, ਪੱਠੀ ਨੂੰ ਮਿੱਟੀ ਦੇ ਨਾਲ ਪੋਚਿਆ, ਉੱਤੇ ਪੋਚਾ ਮਾਰਿਆ। ਸਤਿਗੁਰੂ ਕਹਿੰਦੇ ਨੇ ਪਾਠੀ ਭਵਨ, ਇਹ ਪੱਠੀ ਸਰੀਰ ਹੈ, ਪ੍ਰੇਮ ਕਾ ਪੋਚਾ, ਇਹਦੇ ਉੱਤੇ ਪ੍ਰੇਮ ਦਾ ਪੋਚਾ ਮਾਰਿਆ। ਪਾਠੇ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਪਵਾਈਐ। ਜਦੋਂ ਇਸ ਤਰੀਕੇ ਦੇ ਨਾਲ ਉਹ ਇੱਕ ਵਾਰੀ ਰਸ ਚੱਲ ਜੇ ਨਾ, ਬਸ ਅਸੀਂ ਉਹ ਪੀਤਾ, ਉਹ ਰਸ ਨਾ ਕਦੇ ਖਤਮ ਹੁੰਦਾ, ਨਾ ਕਦੇ ਨਸ਼ਾ ਉਤਰਦਾ। ਜਿਹਨੂੰ ਸਤਿਗੁਰੂ ਕਹਿੰਦੇ ਨੇ ਉਹ ਅੰਮ੍ਰਿਤ ਦਾ ਸੰਚਾਰ ਹੋ ਗਿਆ, ਜਿਹੜਾ ਫਿਰ ਕਦੇ ਰੁਕਦਾ ਹੀ ਨਹੀਂ। ਭਾਈ ਇਹ ਝੂਠਾ ਮੂਲ ਮੱਧ ਬਿਲਕੁਲ ਨਹੀਂ ਪੀਣਾ ਜੇ ਇਸ ਦੁਨੀਆ ਤੋਂ ਭਵਸਾਗਰ ਤੋਂ ਪਾਰ ਹੋਣਾ। ਤੇ ਸਤਿਗੁਰੂ ਕਹਿੰਦੇ ਨੇ ਭਾਈ ਨਹੀਂ, ਪਰ ਜੀਵ ਰੂਪੀ ਇਸਤਰੀ ਇਸ ਤਰ੍ਹਾਂ ਸੁੱਤੀ ਪਈ ਕਿ ਜਿਵੇਂ ਸ਼ਰਾਬ ਦਾ ਨਸ਼ਾ ਪੀਤਾ ਹੋਵੇ, ਮਸਤ ਹੋਈ। ਪੀਓ ਮਦਰੋ ਧਨ ਮਤਵੰਤਾ, ਧਨ ਜਾਗੈ, ਧਨ ਇਸਤਰੀ ਜਾਗ ਸਕਦੀ ਹੈ ਮਾਇਆ ਦੇ ਮੂੰਹ ਤੋਂ ਕਿਵੇਂ? ਜੇ ਫਿਰ ਬੋਲੰਤਾ, ਜੇ ਫਿਰ ਪਤੀ ਪਰਮੇਸ਼ਰ ਬੋਲ ਕੇ ਆਵਾਜ਼ ਮਾਰ ਕੇ ਜਗਾਵੇ। ਕਿਉਂਕਿ ਮੇਰੇ ਰੱਬ ਪਰਮੇਸ਼ਰ ਦੇ ਘਰ ਵਿੱਚ ਵਡਿਆਈਆਂ ਨੇ। ਕਈ ਵਾਰੀ ਸਤਿਗੁਰੂ ਕਹਿੰਦੇ ਨੇ ਜਿਹੜੇ ਜਾਗਦੇ ਹੁੰਦੇ ਨੇ ਖਾਲੀ ਰਹਿ ਜਾਂਦੇ ਨੇ, ਜਦੋਂ ਮੇਰਾ ਪਤੀ ਪਰਮੇਸ਼ਰ ਕਿਰਪਾ ਦੇ ਘਰ ਵਿੱਚ ਆਵੇ, ਫਿਰ ਸੁੱਤਿਆ ਹੋਏ ਨੂੰ ਆਵਾਜ਼ ਮਾਰ ਕੇ ਦੇ ਦਿੰਦਾ ਕਿ ਸੁੱਤਿਆਂ ਦੇ ਉਠਾ ਲ। ਧਨ ਰੂਪੀ ਇਸਤਰੀ ਜਾਗ ਸਕਦੀ ਜੇ ਮੇਰਾ ਪਤੀ ਪਰਮੇਸ਼ਰ ਆਪ ਬੋਲ ਕੇ ਜਗਾਏ। ਭਈ ਨਰਾਸੇ ਬਹੁਤ ਦਿਨ ਲੱਗ ਗਏ, ਬਹੁਤ ਦਿਨ ਲੱਗ ਗਏ, ਬੜੇ ਦਿਨ ਲੱਗ ਗਏ, ਉਮਰ ਬੀਤ ਗਈ, 70-80 ਸਾਲ ਲੰਘ ਗਏ। ਉਹ ਪਤੀ ਪਰਮੇਸ਼ਰ ਮਿਲੇ ਹੀ ਨਹੀਂ, ਸੁੱਤੀ ਰਹਿ ਗਈ, ਮੈਂ ਤਾਂ ਨਿਰਾਸ਼ ਹੋ ਗਈ। ਇੰਨੇ ਦਿਨ ਲੱਗ ਗਏ। ਦੇਸ਼ ਦਸੰਤਰ ਮੈਂ ਸਗਲੇ ਝਾਗੇ, ਦੇਸ਼ ਦਸੰਤਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਕਿਉਂਕਿ ਬਾਹਰੋਂ ਬਾਹਰੋਂ ਲੱਭਣ ਤੁਰਿਆ ਨਾ, ਬੜੇ ਫਿਰੇ, ਬੜੀਆਂ ਥਾਵਾਂ 'ਤੇ ਲੱਭਿਆ। ਖਿਨ ਰਹਿਣ ਨਾ ਪਾਵੂੰ ਬਿਨ ਪੱਗ, ਪਾਗੇ ਕਿਤੋਂ ਨਹੀਂ ਮਿਲਿਆ। ਪਰ ਅੰਦਰ ਇੱਕ ਤਾਂਗ ਹੈ, ਉਮਕਿਓ ਹਿਓ ਮਿਲਣ ਪ੍ਰਭ ਤਾਈ। ਤਾਂਗ ਹੁਣ ਇੰਨੀ ਵੱਧ ਗਈ ਹੈ ਕਿ ਖਿਨ ਰਹਿਣ ਨਾ ਪਾਵੂੰ ਬਿਨ ਪੱਗ ਪਾਗੇ, ਤੇਰੇ ਚਰਨਾਂ ਦੇ ਵਿੱਚ ਸਿਰ ਰੱਖਣ ਤੋਂ ਬਿਨਾਂ ਹੁਣ ਇੱਕ ਪਲ ਨਹੀਂ ਰਿਹਾ ਜਾ ਸਕਦਾ। ਇੱਕ ਘੜੇ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਕਿਵੇਂ ਪਿਆਰੇ ਰੱਬ ਨੂੰ ਮਿਲੀਏ? ਹੋਏ ਕਿਰਪਾਲ ਪ੍ਰਭ ਮਿਲਾਂ ਸੁਭਾਗੇ। ਸਤਿਗੁਰੂ ਜੀ ਤੁਸੀਂ ਆਪ ਹੀ ਕਿਰਪਾ ਕਰੋ ਤੇ ਮੈਨੂੰ ਸੁਭਾਗੇ ਬਣਾ ਦਿਓ, ਭਾਗਾ ਵਾਲੇ ਬਣਾ ਦਿਓ, ਆ ਕੇ ਆਪ ਹੀ ਮਿਲ ਜਾਓ। ਭਇਓ ਕਿਰਪਾਲ ਸਤ ਸੰਗ ਮਿਲਾਇਆ। ਕਹਿੰਦੇ ਜਦੋਂ ਪਤੀ ਪਰਮੇਸ਼ਰ ਕਿਰਪਾਲੂ ਹੋਇਆ, ਉਹਨੇ ਕੀਤਾ ਕਿ ਸਤ ਸੰਗ ਮਿਲਾਇਆ। ਅੱਜ ਜਿਹੜੀ ਸੰਗਤ ਵਿੱਚ ਤੁਸੀਂ ਬੈਠੋ, ਕਿਤੇ ਸਤ ਸੰਗਤ ਦੇ ਵਿੱਚ ਮਿਲਾ ਦਿੱਤਾ। ਤੇ ਜਦੋਂ ਸੰਗਤ ਵਿੱਚ ਆ ਕੇ ਮਿਲਿਆ, ਬੁੱਝੇ ਤਪਤ, ਅੰਦਰੋਂ ਤ੍ਰਿਸ਼ਨਾ ਵਾਲੀ ਅੱਗ ਬੁੱਝ ਗਈ, ਤਪਤ ਜਿਹੜੀ ਸੀ ਠੰਡੀ ਹੋ ਗਈ। ਤੇ ਫਿਰ ਕੀ ਹੋਇਆ? ਘਰੇ ਫਿਰ ਪਾਇਆ, ਘਰ ਦੇ ਵਿੱਚ ਹੀ, ਹਿਰਦੇ ਘਰ ਦੇ ਵਿੱਚ ਹੀ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਓ। ਤੇ ਅੰਦਰ ਹੀ ਸੀ, ਦੂਰ ਗਿਆ ਹੀ ਨਹੀਂ ਸੀ। ਸਗਲ ਸਿੰਗਾਰ ਹੁਣ ਮੁਝੇ ਸੁਹਾਇਆ। ਜਦੋਂ ਪਤੀ ਪਰਮੇਸ਼ਰ ਮਿਲ ਗਿਆ, ਕਹਿੰਦੇ ਹੁਣ ਜਿਵੇਂ ਦਾ ਵੀ ਸ਼ਿੰਗਾਰ ਕਰ ਲੈ, ਮੈਨੂੰ ਸੋਹਣਾ ਹੀ ਲੱਗਦਾ ਹੈ। ਕਿਉਂਕਿ ਹੁਣ ਕੱਪੜਿਆਂ 'ਚ ਬਾਹਰਲੇ ਪਹਿਰਾਵੇ ਦੇ ਵਿੱਚ ਨਹੀਂ ਨਾ ਰਿਹਾ। ਸਮਝ ਲੱਗ ਗਈ ਕਿ ਉਹ ਤੇ ਅੰਦਰ ਹੈ। ਜੋ ਕੁਝ ਪਾ ਲਵਾਂ ਬਸ ਉਹੀ ਸੋਹਣਾ ਲੱਗਦਾ ਹੈ। ਕਹੋ ਨਾਨਕ ਗੁਰ ਭਰਮ ਚੁਕਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਨੇ ਮੇਰਾ ਭਰਮ ਚੁਕਾ ਦਿੱਤਾ, ਕੱਢ ਦਿੱਤਾ। ਤੇ ਜਦੋਂ ਭਰਮ ਨਿਕਲ ਗਿਆ, ਕਹਿੰਦੇ ਜਹ ਦੇਖਾਂ ਤਹ ਫਿਰ ਹੈ ਭਾਈ।
कि पाई हुण ते जिथे मैं वेखना उत्थे पति प्यारा परमेश्वर उत्थे ही है। क्योंकि अगे तो सिर्फ पढ़ते पढ़ते सी ना कि सब मैं जोत जोत है सोई, हुण सारियां दे विचों नज़र आउंदा है। जह देखा तह पिर है भाई, खोलियो कपाट तां मन ठहराई। गुरु ने जदों अंदर भरम दा कपाट खोल दिता, जदों हुमे वाला पड़दा अंदरों ला दिता तां मन ठहराई, तां ये मन जिहड़ा ठहराओ दे विच आ गया। ये रहा वो दूजा है हुईयां फुल्लां दी खिमा। आओ एक दो वारी रसना नूं करिए पवित्र जी, फिर समाप्ति। वाहिगुरू 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 वाहिगुरू। वाहिगुरू 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 वाहिगुरू। वाहिगुरू वाहिगुरू। वाहिगुरू जी का खालसा, वाहिगुरू जी की फतेह। राम कली महला तीजा। आनंद एक ओंकार सतगुर प्रसाद। आनंद पाया मेरी माए सतगुरु मैं, सतगुरु ता पाया सहज सेते मन वजियां। राग रतन परवार परियां शब्द गावण, शब्दो तगावो हरि केरा मन जिने। कह नानक आनंद हुआ सतगुरु मैं, हे मन मेरिया तू सदा रहो। हर नाल रहो तुम मन मेरे दुख सब, अंगीकारो करे तेरा कारज। सबना गला समरथ स्वामी सो क्यों, कह नानक मन मेरे सदा रहो। साचे साहिबा क्या नहीं, करता तेरा सब कुछ है जिस देह सो। सदा सिफत सलाह तेरे नाम मन, नाम जिनका मन वसया वाजे। कह नानक सच्चे साहिब क्या नहीं, करते रह साचा नाम मेरा। साज नाम आधार मेरा जिन भुखा सब, कर शांत सुख मन आए वसया जिन। सदा कुर्बान किता गुरु विटों जह दियां। कह नानक सुनो संतोष शब्द धरो प्यारो। साचा नाम मेरा वाजे पंच शब्द, तित घर सुभागै घर सुभागै शब्द वाजे। पंच दूत दुध वस किते काल कंटक, तुर करम पाया तुद जिन को से नाम हर के। कह नानक तहस को हुआ तित घर, आनंद सुनो वड भागी हो सगल मनोरथ। पार ब्रह्म प्रभ पाया उतरे सगल, दुख रोग संताप उतरे सुनी सच्ची। संत साजन भये सरसे पूरे गुर ते, सुनते पुनीत कहते पवित। सतगुरु रहया पर बिनवंत नानक गुर चरण लागे। वाजे अनहद सुनते पुनीत कहते पवित। सतगुरु रहया
ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਅਰਦਾਸ ਜੀਓ ਪਿੰਡ ਮਾਤ ਪਿਤਾ ਹਮ ਬਾਲਿਕ ਦੇ